असलामुअलैकुम मेरी प्यारी सी यूट्यूब फैमिली। उम्मीद करदी ਹਾਂ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਅਲਹਮਦੁਲਿਲਾ ਮੈਂ ਵੀ ਠੀਕ ਹਾਂ। ਤੇ ਅੱਜ ਮੈਂ ਬਣਾ ਰਹੀ ਹਾਂ ਕਚੋਰੀ, ਜਿਹਦੀ ਕਿ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਇਹ ਮੈਂ ਸਭ ਤੋਂ ਪਹਿਲੇ ਤੁਹਾਨੂੰ ਦਿਖਾ ਰਹੀ ਹਾਂ ਕੁੱਕਰ। ਇਹਨੂੰ ਮੈਂ ਸਾਬਣ ਲਾਇਆ ਹੋਇਆ ਵਾ। ਆਪਾਂ ਕੋਈ ਬਰਤਨ ਇਸਤੇਮਾਲ ਕਰੀਏ ਨਾ, ਜਿਹਨੂੰ ਕਦੇ ਕਦਾਰ ਇਸਤੇਮਾਲ ਕਰਨਾ ਹੋਵੇ ਤੇ ਉਹ ਚੁੱਲ੍ਹੇ 'ਤੇ ਕਾਲਾ ਹੋ ਜਾਂਦਾ, ਤੇ ਉਹਦੇ ਵਾਸਤੇ ਇਹ ਸਾਬਣ ਉਹਦੇ ਮਤਲਬ ਲਾ ਲਈਏ ਨਾ ਤੇ ਉਹ ਸਹੀ ਰਹਿੰਦਾ। ਇਹ ਕਚੋਰੀਆਂ ਦਾ ਸਮਾਨ ਵਾਸਤੇ ਮੈਂ ਲਿਆ ਵਾ ਅੱਧਾ ਕਿਲੋ ਗੋਸ਼ਤ, ਆਲੂ, ਚਨਿਆਂ ਦੀ ਦਾਲ, ਸਬਜ਼ ਮਿਰਚ ਮੈਂ ਕੱਟ ਕੇ ਵਿੱਚ ਹੀ ਪਾ ਲਈ ਸੀਗੀ, ਤੇ ਇਹਦੇ ਵਿੱਚ ਦੜਾ ਮਿਰਚ ਪਾਈ ਆ, ਹਲਦੀ ਥੋੜ੍ਹੀ ਜਿਹੀ, ਤੇ ਨਮਕ, ਜ਼ੀਰਾ ਮਸਾਲਾ, ਚਾਟ ਮਸਾਲਾ। ਇਹ ਸਮਾਨ ਤਿਆਰ ਕਰਨਾ। ਆਲੂ ਮੈਂ ਚੰਗੀ ਤਰ੍ਹਾਂ ਧੋ ਕੇ ਤੇ ਛਿਲਕਿਆਂ ਸਮੇਤ ਹੀ ਨਾ ਗੋਸ਼ਤ ਤੇ ਦਾਲ ਜਦੋਂ ਉਬਾਲੀ ਤੇ ਉਹ ਵਿੱਚ ਹੀ ਪਾ ਲਏ ਸੀ, ਕਿਉਂਕਿ ਅੱਜ ਕੱਲ੍ਹ ਜਿਹੜੇ ਆਲੂ ਉਹ ਮਿੱਠੇ ਬਣਦੇ ਆ, ਤੇ ਇਸ ਤਰ੍ਹਾਂ ਨਮਕ ਮਿਰਚ ਜਿਹੜੀ ਉਹਦੇ ਵਿੱਚ ਨਾ ਰਚ ਜਾਂਦੀ ਆ ਆਲੂ ਵਿੱਚ ਨਾ। ਇਸ ਲਈ ਮੈਂ ਵਿੱਚ ਮਤਲਬ ਨਾਲ ਹੀ ਉਹਨਾਂ ਨੂੰ ਉਬਾਲ ਲਿਆ ਸੀ। ਤੇ ਫਿਰ ਜਦੋਂ ਥੋੜ੍ਹੇ ਜਿਹੇ ਮਤਲਬ ਉਬਲ ਗਏ ਨਾ ਚੀਜ਼ਾਂ, ਤੇ ਥੋੜ੍ਹੀ ਦੇਰ ਪਹਿਲੇ ਖੋਲ੍ਹ ਕੇ ਕੁੱਕਰ ਤੇ ਮੈਂ ਆਲੂ ਵਿੱਚੋਂ ਅਲੱਗਾ ਕਰ ਲਏ ਸੀ। ਇਹ ਮੈਂ ਹੁਣ ਪਾ ਰਹੀ ਹਾਂ ਵਿੱਚ ਮਿਰਚ, ਹਲਦੀ ਤੇ ਨਮਕ, ਤੇ ਇਸ ਦੇ ਨਾਲ ਹੀ ਆਪਾਂ ਕਰਾਂਗੇ ਮਜ਼ੇ ਦੀਆਂ ਗੱਲਾਂ। ਪਾਣੀ ਇਹਦੇ 'ਚ ਬਹੁਤ ਘੱਟ ਪਾਉਣਾ ਵਾ, ਕਿਉਂਕਿ ਗੋਸ਼ਤ ਵੀ ਪਾਣੀ ਛੱਡਦਾ ਤੇ ਆਲੂ ਵਿੱਚ ਵੀ ਪਾਣੀ ਹੁੰਦਾ, ਤੇ ਬਸ ਇੰਨਾ ਕੁ ਪਾਣੀ ਪਾਉਣਾ ਜਿਹਦੇ ਵਿੱਚ ਨਾ ਬਸ ਦਾਲ ਗਲ ਜਾਵੇ। ਤੇ ਮਤਲਬ ਜ਼ਿਆਦਾ ਪਾਣੀ ਹੋਇਆ ਤੇ ਫਿਰ ਪਾਣੀ ਆਪਾਂ ਨੂੰ ਕੱਢਣਾ ਪੈਣਾ, ਫਿਰ ਉਹ ਪਾਣੀ ਜਿਹੜਾ ਅਗਰ ਕੱਢਾਂਗੇ ਤੇ ਫਿਰ ਉਹ ਸਹੀ ਨਹੀਂ ਰਹਿਣਾ, ਮਤਲਬ ਉਹ ਨਮਕ ਮਿਰਚ ਨਿਕਲ ਜਾਣੀ ਵਿੱਚੋਂ। ਉਸ ਤੋਂ ਬਾਅਦ ਮੈਂ ਲਿਆ ਮੈਦਾ। ਮੈਦੇ ਵਿੱਚ ਮੈਂ ਪਾਇਆ ਨਮਕ, ਹਸਵੇ ਜ਼ਰੂਰਤ ਨਾ ਥੋੜ੍ਹਾ ਜਿਹਾ ਨਮਕ ਪਾਉਣਾ, ਜ਼ੀਰਾ ਮਸਾਲਾ, ਤੇ ਨਾਲ ਮੈਂ ਪਾਈ ਥੋੜ੍ਹੀ ਜਿਹੀ ਅਜਵਾਇਨ, ਕਿਉਂਕਿ ਅਜਵਾਇਨ ਦਾ ਜ਼ਾਇਕਾ ਬਹੁਤ ਮਜ਼ੇਦਾਰ ਲੱਗਦਾ। ਵਿੱਚ ਅੱਧਾ ਕੱਪ ਆਪਾਂ ਪਾ ਲੈਣਾ ਘਿਓ। ਤੁਸੀਂ ਘੀ ਇਸਤੇਮਾਲ ਕਰਦੇ ਹੋ ਜਾਂ ਕੁਕਿੰਗ ਆਇਲ ਇਸਤੇਮਾਲ ਕਰਦੇ ਹੋ, ਜੋ ਵੀ ਇਸਤੇਮਾਲ ਕਰਦੇ ਹੋ ਪਾਉਣਾ ਜ਼ਰੂਰੀ ਆ। ਉਹ ਪਾ ਕੇ ਤੇ ਅੱਛੇ ਤਰ੍ਹਾਂ ਨਾ ਮੈਦੇ ਨੂੰ ਮਸਲ ਲਵਾਂਗੇ। ਮੈਦਾ ਮੈਂ ਲਿਆ ਸੀ ਅੱਧਾ ਕਿਲੋ, ਲੇਕਿਨ ਇਹ ਅੱਧਾ ਕਿਲੋ ਨਾਲੋਂ ਘੱਟ ਵਾ ਥੋੜ੍ਹਾ ਜਿਹਾ। ਮੈਂ ਵਿੱਚੋਂ ਮਤਲਬ ਥੋੜ੍ਹਾ ਜਿਹਾ ਰੱਖ ਲਿਆ ਸੀ। ਅੱਧਾ ਕਿਲੋ ਸਾਰਾ ਮੈਂ ਨਹੀਂ ਸੀ ਪਾਇਆ। ਮੈਂ ਇਹੀ ਸੋਚਿਆ ਨਾ ਕਿ ਫਿਰ ਜ਼ਿਆਦਾ ਬਣ ਜਾਣਾ ਸਮਾਨ, ਤੇ ਬਸ ਇੰਨਾ ਕੁ ਬਣ ਜੇ ਜਿਹੜਾ ਮਤਲਬ ਗੁਜ਼ਾਰਾ ਹੋ ਜੇ ਬੱਚਿਆਂ ਨੂੰ, ਮਤਲਬ ਜ਼ਰੂਰਤ ਦੇ ਮੁਤਾਬਕ ਪੂਰਾ ਆ ਜੇ ਨਾ ਬੱਚਿਆਂ ਨੂੰ। ਤੇ ਫਿਰ ਜ਼ਿਆਦਾ ਬਣਾ ਕੇ ਵੀ ਤੁਹਾਨੂੰ ਪਤਾ ਚੀਜ਼ ਜ਼ਾਇਆ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਇਹਨੂੰ ਅੱਛੀ ਤਰ੍ਹਾਂ ਆਪਾਂ ਮਸਲ ਲਵਾਂਗੇ। ਘੀ ਜਿਹੜਾ ਵਿੱਚ ਪਾਇਆ ਉਹ ਚੰਗੀ ਤਰ੍ਹਾਂ ਹੱਲ ਕਰਕੇ ਮੈਦੇ ਦੇ ਵਿੱਚ, ਤੇ ਫਿਰ ਪਾਣੀ ਦੇ ਨਾਲ ਨਾ ਗਿੱਲਾ ਕਰਨਾ। ਇਹ ਜਿਹੜੀ ਡੋ ਬਣਾਉਣੀ ਆ ਆਪਾਂ, ਉਹ ਜ਼ਿਆਦਾ ਮਤਲਬ ਨਰਮ ਨਹੀਂ ਬਣਾਉਣੀ, ਜ਼ਰਾ ਹਾਰਡ ਹੋਵੇ ਨਾ। ਇਹ ਜਿਹੜੀ ਮੈਦੇ ਦੀ ਡੋ ਆ, ਜਿਸ ਤਰ੍ਹਾਂ ਆਪਾਂ ਸਮੋਸਾ ਬਣਾਈਦਾ ਬਿਲਕੁਲ ਸੇਮ ਹੀ ਚੀਜ਼ ਆ, ਸਿਰਫ ਇਹਦੀ ਸ਼ੇਪ ਥੋੜ੍ਹੀ ਜਿਹੀ ਮੁਖਤਲਿਫ ਹੋ ਜਾਂਦੀ ਆ। ਜਿਹੜਾ ਅੰਦਰ ਮਸਾਲਾ ਫਿਲ ਕਰੀਦਾ ਵਾ ਉਹ ਵੀ ਸਮੋਸੇ ਵਾਲਾ ਹੀ ਬਣਦਾ। ਜਿਹੜਾ ਮੈਦੇ ਦੀ ਆਪਾਂ ਡੋ ਬਣਾਈ ਦੀ ਆ ਉਹ ਵੀ ਬਿਲਕੁਲ ਸਮੋਸਾ ਪੱਟੀ ਜਿਹਦੀ ਬਣਦੀ ਆ, ਉਹ ਵੀ ਇਸੇ ਤਰ੍ਹਾਂ ਹੀ ਬਣਦੀ ਆ। ਤੇ ਮੈਦੇ ਨੂੰ ਜ਼ਰਾ ਸਖਤ ਜਿਹਾ ਕਰਕੇ, ਹਾਰਡ ਜਿਹਾ ਕਰਕੇ ਗੁੰਨ ਲੈਣਾ। ਇਹ ਵੇਖੋ ਤੁਸੀਂ ਵੇਖ ਸਕਦੇ ਹੋ ਕਿ ਨਰਮ ਨਹੀਂ ਹੈ ਬਿਲਕੁਲ ਵੀ, ਕਿਉਂਕਿ ਅਗਰ ਆਪਾਂ ਨਰਮ ਕਰ ਲਾਂਗੇ ਤੇ ਫਿਰ ਉਹ ਰੋਟੀ ਵੇਲਣੀ ਨਾ, ਜਿਹੜੀ ਬਣਾਉਣੀਆਂ ਕਚੋਰੀ ਵਾਸਤੇ ਛੋਟੀਆਂ ਛੋਟੀਆਂ ਟਿੱਕੀਆਂ ਬਣਾਉਣੀਆਂ ਨਾ ਰੋਟੀ, ਉਹ ਫਿਰ ਸਹੀ ਬੇਲ ਨਹੀਂ ਹੋਣੀ। ਅਗਰ ਥੋੜ੍ਹਾ ਜਿਹਾ ਸਖਤ ਹੋਊਗਾ ਆਟਾ, ਹਾਰਡ ਹੋਊਗਾ, ਤੇ ਉਹ ਸਹੀ ਬੇਲ ਹੋ ਜਾਂਦੀ ਆ। ਤੇ ਬਾਕੀ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਜ਼ਮੀ, ਔਰ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ, ਅੱਛੇ ਕਮੈਂਟ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਇਸੇ ਤਰ੍ਹਾਂ ਦੀਆਂ ਮਜ਼ੇ ਦੀਆਂ ਵੀਡੀਓ ਵੇਖਣ ਵਾਸਤੇ ਮੇਰਾ ਕੁਕਿੰਗ ਦਾ ਚੈਨਲ ਨਹੀਂ ਹੈ, ਮੇਰਾ ਵਲੋਗਿੰਗ ਦਾ ਚੈਨਲ ਹੈ, ਅਤੇ ਮੈਂ ਬਸ ਵਿੱਚ ਕੁਕਿੰਗ ਜੋ ਵੀ ਰੋਜ਼ ਕਰਦੀ ਹਾਂ ਮਤਲਬ ਉਹ ਸ਼ੇਅਰ ਕਰ ਲੈਂਦੀ ਤੁਹਾਡੇ ਨਾਲ। ਅਤੇ ਮੈਨੂੰ ਕਾਫੀ ਦਿਨਾਂ ਤੋਂ ਨਾ ਅਸਲ 'ਚ ਮੇਰਾ ਜਿਹੜਾ ਵੱਡਾ ਬੇਟਾ ਵਾ ਉਹਨੂੰ ਜ਼ੁਬਾਨ ਦਾ ਚਸਕਾ ਨਾ ਬਹੁਤ ਜ਼ਿਆਦਾ ਵਾ। ਕਾਫੀ ਦਿਨਾਂ ਦਾ ਮੈਨੂੰ ਕਹਿਣ ਦਿਆ ਸੀ ਕਿ ਮੰਮਾ ਸਮੋਸੇ ਬਣਾ ਕੇ ਦਿਓ, ਮੰਮਾ ਸਮੋਸੇ ਬਣਾ ਕੇ ਦਿਓ।
ਅਤੇ ਮੈਂ ਕਿਹਾ ਵੀ ਚਲੋ ਅੱਜ ਤੁਹਾਨੂੰ ਬਣਾ ਹੀ ਦਿੰਦੀ ਹਾਂ ਸਮੋਸੇ। ਅਤੇ ਸਮੋਸੇ ਤਾਂ ਨਹੀਂ, ਖੈਰ ਜ਼ਾਇਕਾ ਤਾਂ ਸੇਮ ਹੀ ਹੁੰਦਾ ਵਾ, ਸਮੋਸੇ ਵੀ ਅਤੇ ਕਚੌਰੀ ਦਾ ਵੀ, ਲੇਕਿਨ ਮੈਂ ਕਚੌਰੀ ਬਣਾਉਣੀ ਆ। ਇਸ ਤਰ੍ਹਾਂ ਵੇਖੋ ਨਾ, ਇਹਨੂੰ ਨਰਮ ਨਹੀਂ ਕਰਨਾ, ਹਾਰਡ ਜਿਹਾ ਜ਼ਰਾ ਗੁੰਨ ਕੇ ਅਤੇ ਇਹਨੂੰ 10-15 ਮਿੰਟ ਤੱਕ ਨਾ ਇਹਨੂੰ ਢੱਕ ਦੇਣਾ, ਕਿਉਂਕਿ ਫਿਰ ਅੱਛੀ ਤਰ੍ਹਾਂ ਸਹੀ ਹੋ ਜਾਂਦਾ ਹੈ। ਮੈਂ ਆਲੂ ਜਿਹੜੇ ਆ ਮੈਸ਼ ਕਰਕੇ ਰੱਖੇ ਹੋਏ ਸੀ ਪਹਿਲੇ ਤੋਂ, ਇਹਦੇ ਵਿੱਚ ਹੁਣ ਮੈਂ ਮਸਾਲਾ ਪਾ ਲਿਆ ਅਤੇ ਮੱਖੀਆਂ ਨੇ ਮੇਰੀ ਮੱਤ ਮਾਰੀ ਪਈ ਆ। ਪੰਖਾ ਮੈਂ ਇਸ ਤੋਂ ਨਹੀਂ ਲਾਇਆ ਕਿ ਚੁੱਲ੍ਹੇ 'ਤੇ ਲਾ ਕੇ ਫਿਰ ਪੰਖਾ ਚਲਾ ਕੇ ਅਤੇ ਚੁੱਲ੍ਹੇ ਵਿੱਚ ਅੱਗ ਨਹੀਂ ਬਲਦੀ। ਅਤੇ ਉੱਦਾਂ ਅਕਸਰ ਮੈਂ ਕੰਮ ਜਿਹੜਾ ਚੁੱਲ੍ਹੇ ਦਾ ਕਰਦੀ ਹਾਂ ਉਹ ਮੈਂ ਇਸ ਤਰ੍ਹਾਂ ਹੀ ਪੰਖਾ ਚਲਾ ਕੇ ਕਰਦੀ ਹਾਂ, ਕਿਉਂਕਿ ਮੇਰੇ ਕੋਲੋਂ ਪਤਾ ਨਹੀਂ ਸ਼ੂਗਰ ਦੀ ਵਜ੍ਹਾ ਤੋਂ ਗਰਮੀ ਬਰਦਾਸ਼ਤ ਨਹੀਂ ਹੁੰਦੀ। ਗਰਮੀ ਵਿੱਚ ਤਾਂ ਮੇਰੇ ਕੋਲ ਬਿਲਕੁਲ ਕੰਮ ਨਹੀਂ ਹੁੰਦਾ। ਅਤੇ ਇਹ ਆਲੂ ਮੈਂ ਪਹਿਲੇ ਮੈਸ਼ ਕਰਕੇ ਰੱਖੇ ਹੋਏ ਸੀ, ਇਹਦੇ ਵਿੱਚ ਮੈਂ ਦੂਸਰਾ ਮਸਾਲਾ ਜਿਹੜਾ ਸੀਗਾ ਚਿਕਨ ਹੱਡੀ ਵਾਲਾ ਸੀਗਾ, ਬੋਨਲੈਸ ਨਹੀਂ ਸੀ ਲੈ ਕੇ ਆਇਆ, ਅਤੇ ਉਹ ਹੱਡੀ ਵਿੱਚੋਂ ਕੱਢ ਕੇ ਨਾ ਕਿਵੇਂ ਟਾਈਪ ਉਹਦਾ ਮਤਲਬ ਭੋਰ ਲਿਆ, ਵਿੱਚ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਅਤੇ ਇਸੇ ਤਰ੍ਹਾਂ ਹੁਣ ਮੈਦੇ ਦੇ ਬਣਾ ਕੇ ਨਾ ਛੋਟੇ ਛੋਟੇ ਪੇੜੀਆਂ ਛੋਟੇ ਛੋਟੇ ਪੇੜੇ ਬਣਾ ਕੇ ਰੱਖ ਲਏ ਮੈਦੇ ਦੇ, ਅਤੇ ਇਸ ਤਰ੍ਹਾਂ ਟਿੱਕੀ ਵੇਲ ਲਵਾਂਗੇ। ਛੋਟੀ ਜਿਹੀ ਟਿੱਕੀ ਨਾ ਆਪਣੀ ਮਤਲਬ ਹਸਬੇ ਜ਼ਰੂਰਤ, ਜਿੰਨੀ ਕੁ ਜ਼ਰੂਰਤ ਆ ਤੁਹਾਨੂੰ ਕਿ ਇਹ ਐਡੀ ਕੁ ਕਚੌਰੀ ਬਣਾਉਣੀ ਆ। ਅਗਰ ਤੁਸੀਂ ਬੜੀ ਜ਼ਰਾ ਬਣਾਉਣੀ ਆ, ਮਸਾਲਾ ਜ਼ਿਆਦਾ ਵਿੱਚ ਪਾਉਣਾ, ਅਤੇ ਇਹਨੂੰ ਰੋਟੀ ਨੂੰ ਥੋੜ੍ਹੀ ਜਿਹੀ ਬੜੀ ਕਰ ਲਓ। ਅਗਰ ਤੁਸੀਂ ਛੋਟੀ ਬਣਾਉਣੀ, ਦਰਮਿਆਨੀ ਬਣਾਉਣੀ ਆ, ਅਤੇ ਰੋਟੀ ਨੂੰ ਜਿਸ ਸਾਈਜ਼ ਦਾ ਮੈਂ ਬਣਾਇਆ ਵਾ ਇਸ ਸਾਈਜ਼ ਦਾ ਬਣਾਉਣਾ ਬਿਲਕੁਲ। ਮੈਂ ਦਰਮਿਆਨੀਆਂ ਬਣਾਈਆਂ ਸੀ ਕਚੌਰੀਆਂ, ਮੈਂ ਬੜੀਆਂ ਨਹੀਂ ਸੀ ਬਣਾਈਆਂ, ਕਿਉਂਕਿ ਆਪਣੀ ਮਰਜ਼ੀ ਹੁੰਦੀ ਆ, ਬੜੀ ਬਣਾ ਲਓ ਚਾਹੇ ਛੋਟੀ ਬਣਾ ਲਓ। ਅਤੇ ਮੈਂ ਜ਼ਰਾ ਛੋਟੀਆਂ ਬਣਾਈਆਂ ਸੀ। ਇਸ ਤਰ੍ਹਾਂ ਮੈਂ ਸਾਰੀਆਂ ਨਾ ਬੇਲ ਕੇ ਟਿੱਕੀਆਂ ਰੱਖ ਲਈਆਂ ਸੀ। ਹੁਣ ਮੈਂ ਇਹਦੇ 'ਚ ਮਸਾਲਾ ਫਿਲ ਕਰੂੰਗੀ, ਮਸਾਲਾ ਫਿਲ ਕਰਕੇ ਕਚੌਰੀ ਬਣਾ ਕੇ ਤੁਹਾਨੂੰ ਦਿਖਾਉਂਦੀ ਹਾਂ ਕਿ ਇਸ ਤਰ੍ਹਾਂ ਬਣਾ ਕੇ ਇਹਨੂੰ ਅਤੇ ਫਿਰ ਫਰਾਈ ਵੀ ਕਰਾਂਗੇ ਆਪਾਂ ਇਨਸ਼ਾ ਅੱਲਾ। ਔਰ ਬੜੀਆਂ ਮਜ਼ੇ ਦੀਆਂ ਬਣੀਆਂ ਸੀ, ਬਿਲਕੁਲ ਜਿਵੇਂ ਬਾਜ਼ਾਰ ਕਦੇ ਜਾਈਏ ਅਤੇ ਜਾ ਕੇ ਸਮੋਸਾ ਜਾਂ ਕਚੌਰੀ ਖਾਈ ਦੀ ਆ ਨਾ। ਮੇਰੀ ਅਕਸਰ ਆਦਤ ਆ, ਮੈਂ ਬਾਜ਼ਾਰ ਜਾਂਦੀ ਅਤੇ ਮੈਂ ਸਮੋਸਾ ਲਾਜ਼ਮੀ ਖਾਂਦੀ ਹੁੰਦੀ, ਅਤੇ ਬਿਲਕੁਲ ਬੜਾ ਮਜ਼ੇ ਦਾ ਜ਼ਾਇਕਾ ਬਣਿਆ ਸੀ। ਅਤੇ ਬਾਜ਼ਾਰੀ ਚੀਜ਼ਾਂ ਖਾਣ ਨਾਲੋਂ ਬਿਹਤਰ ਆ ਕਿ ਤੁਸੀਂ ਘਰ ਚੀਜ਼ ਬਣਾ ਲਓ। ਘਰ ਕਿਉਂਕਿ ਆਪਾਂ ਬਣਾਈਏ ਚੀਜ਼, ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਕਿਹੜੀ ਚੀਜ਼ ਵਿੱਚ ਪਾਈ ਆ, ਸਾਫ਼ ਸੁਥਰੀ ਆ ਪਾਈ ਆ, ਠੀਕ ਹੋ ਗਿਆ। ਬਾਜ਼ਾਰ ਦੀਆਂ ਚੀਜ਼ਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਉਹਨਾਂ ਨੇ ਕਿਸ ਤਰ੍ਹਾਂ ਬਣਾਈਆਂ, ਸਫਾਈ ਵੀ ਹੈ ਜਾਂ ਨਹੀਂ। ਅਤੇ ਸਫਾਈ ਵੱਲੋਂ ਤਾਂ ਸ਼ਾਇਦ ਤੁਸੀਂ ਮੈਨੂੰ ਵੀ ਕਹਿ ਦਿਓ, ਕਿਉਂਕਿ ਮੱਖੀਆਂ ਬਹੁਤ ਜ਼ਿਆਦਾ ਵਾ। ਤੁਹਾਨੂੰ ਪਤਾ ਦਿਨ ਇਵੇਂ ਦੇ ਆ, ਇਹ ਜਿਹੜੇ ਸਾਵਨ ਭਾਦੋਂ ਦੇ ਦਿਨ ਹੁੰਦੇ ਆ, ਇਹਨਾਂ ਦਿਨਾਂ 'ਚ ਮੱਖੀਆਂ ਬਹੁਤ ਜ਼ਿਆਦਾ ਹੁੰਦੀਆਂ। ਅਤੇ ਇੱਕ ਬੇਟਾ ਮੇਰਾ ਜਿਹੜਾ ਲਾਗੇ ਖੜਾ ਨਾ, ਉਹ ਪੰਖੀ ਦੇ ਨਾਲ ਹਵਾ ਦੇ ਰਿਹਾ ਵਾ, ਮੱਖੀਆਂ ਨੂੰ ਉਡਾ ਰਿਹਾ, ਲੇਕਿਨ ਮੱਖੀਆਂ ਬਹੁਤ ਜ਼ਿਆਦਾ ਸੀ, ਫਿਰ ਵੀ ਉਹ ਨਾ ਵਿੱਚ ਨਜ਼ਰ ਆ ਰਹੀਆਂ ਵਾ। ਅਤੇ ਇਸ ਤਰ੍ਹਾਂ ਵੇਖੋ ਮੈਂ ਬਣਾ ਕੇ ਇੱਕ ਰੱਖੀ ਆ। ਇਸੇ ਤਰ੍ਹਾਂ ਸਾਰੀਆਂ ਦੇ ਵਿੱਚ ਮਸਾਲਾ ਫਿਲ ਕਰ ਲਵਾਂਗੇ। 1-1.5 ਚਮਚ ਮਸਾਲੇ ਦਾ ਪਾ ਕੇ ਨਾ, ਅਤੇ ਇਸ ਤਰ੍ਹਾਂ ਇਹਨੂੰ ਮਤਲਬ ਜਿਵੇਂ ਆਪਾਂ ਪਰਾਠੇ ਤਰ੍ਹਾਂ ਕਰੀਦਾ ਨਾ, ਇਸ ਤਰ੍ਹਾਂ ਕਿਨਾਰੀਆਂ ਪਕੜ ਕੇ ਉਹਦੀਆਂ, ਅਤੇ ਉੱਪਰੋਂ ਉਹਨੂੰ ਜ਼ਰਾ ਘੁੱਟ ਕੇ ਕਵਰ ਕਰ ਲਵਾਂਗੇ। ਅਤੇ ਜਿਹੜੀ ਉੱਪਰੋਂ ਉਹਦੀ ਸ਼ੇਪ ਆ ਉਹ ਬਿਲਕੁਲ ਨਾ ਅਨਾਰ ਵਰਗੀ ਸ਼ੇਪ ਆ ਜਾਂਦੀ, ਉਹਦੀ ਅਨਾਰ ਤਰ੍ਹਾਂ ਬਣ ਜਾਂਦੀ ਆ। ਅਤੇ ਇਹ ਮੈਂ ਹੁਣ ਫਰਾਈ ਕਰ ਰਹੀ ਹਾਂ। ਮਾਸ਼ਾਅੱਲਾ ਬੜੀਆਂ ਮਜ਼ੇ ਦੀਆਂ ਬਣੀਆਂ। ਜਿਸ ਮੇਰੇ ਭੈਣ ਭਰਾ ਨੇ ਖਾਣੀ ਹੋਵੇ, ਸਤ ਬਿਸਮਿल्ला ਆ ਸਕਦੇ ਹੋ, ਆ ਨਹੀਂ ਸਕਦੇ ਅਤੇ ਵੇਖ ਤਾਂ ਸਕਦੇ ਹੀ ਹੋ, ਜ਼ਾਹਿਰ ਸੀ ਬਾਤ ਹੈ, ਵੀਡੀਓ 'ਤੇ ਮੇਰੀ ਵੇਖ ਸਕਦੇ ਹੋ। ਅਤੇ ਵੀਡੀਓ ਮੇਰੀ ਵੇਖ ਕੇ ਮੇਰੀ ਹੌਸਲਾ ਅਫਜ਼ਾਈ ਲਾਜ਼ਮੀ ਕਰਿਆ ਕਰੋ, ਤੁਹਾਡੀ ਮਿਹਰਬਾਨੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ, ਵੀਡੀਓ ਨੂੰ ਲਾਈਕ ਕਰਕੇ, ਅੱਛੇ ਕਮੈਂਟ ਮੇਰੇ ਵੀਡੀਓ 'ਤੇ ਲਾਜ਼ਮੀ ਕਰਿਆ ਕਰੋ, ਅਤੇ ਦੁਆਵਾਂ ਵਿੱਚ ਯਾਦ ਰੱਖਿਆ ਕਰੋ। ਹਮੇਸ਼ਾ ਇਨਸਾਨ ਨੂੰ ਇੱਕ ਦੂਸਰੇ ਵਾਸਤੇ ਦੁਆ ਕਰਦੇ ਰਹਿਣਾ ਚਾਹੀਦਾ ਕਿ ਅੱਲਾਹ ਤਾਲਾ ਹਰ ਕਿਸੇ ਦੀਆਂ ਮੁਸ਼ਕਿਲਾਂ ਆਸਾਨ ਕਰੇ, ਕਿਉਂਕਿ ਹਾਲਾਤ ਹੀ ਅੱਜ ਕੱਲ੍ਹ ਕੁਛ ਇਵੇਂ ਦੇ ਪੈਦਾ ਹੋਏ ਪਏ ਆ ਕਿ ਹਰ ਬੰਦਾ ਮੁਸ਼ਕਿਲ ਵਿੱਚ ਵਾ। ਜਿਹਨੂੰ ਵੀ ਤੁਸੀਂ ਫਰੋਲ ਲਵੋ ਨਾ, ਜਿਹਦੇ ਨਾਲ ਵੀ ਗੱਲ ਕਰ ਲਓ, ਹਰ ਬੰਦਾ ਮੁਸ਼ਕਿਲ ਵਿੱਚ ਵਾ, ਹਰ ਬੰਦਾ ਦੁਖੀ ਅੱਜ ਕੱਲ੍ਹ। ਅਤੇ ਅੱਜ ਤੁਸੀਂ ਮੇਰੀ ਵੀਡੀਓ ਵੇਖ ਕੇ ਕਹਿੰਦੇ ਤਾਂ ਹੁਣੇ ਆ ਕਿ ਬਾਜੀ ਦੇ ਚੁੱਲ੍ਹਿਆਂ ਲਾਗੇ
ਕਿੰਨਾ ਗੰਦ ਵਾ। ਇਹ ਗੰਦ ਨਹੀਂ ਗਾ ਭਾਈ ਜਾਨ ਸਿਸਟਰ, ਇਹ ਮੇਰੇ ਬੇਟੇ ਨੇ ਨਾ ਤੇਲ ਉੱਪਰ ਜਦੋਂ ਰੱਖਿਆ ਨਾ ਚੁੱਲ੍ਹੇ ਦੇ, ਅਤੇ ਉਹਦੇ ਕੋਲ ਵਿਚਾਰੇ ਕੋਲ ਚਮਚਾ ਲੱਗ ਕੇ ਤੇਲ ਮਤਲਬ ਨੀਚੇ ਡੁੱਲ ਗਿਆ ਸੀ ਥੋੜ੍ਹਾ ਜਿਹਾ। ਇਹ ਮੈਂ ਫਰਾਈ ਕਰਕੇ ਕੱਢੀਆਂ ਅਤੇ ਇਹ ਮੇਰੇ ਚੌਧਰੀ ਸਾਹਿਬ ਵੀ ਆ ਗਏ ਖਾਣ। ਇਸ ਦੇ ਨਾਲ ਹੀ ਦਿਓ ਇਜਾਜ਼ਤ। ਅੱਲਾ ਹਾਫਿਜ਼।